ਧੰਨ ਵਾਹਿਗੁਰੂ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਸੋਰਠ ਮਹਲਾ ਨੌਵਾਂ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼੍ਰਵਨ ਗੋਬਿੰਦ ਗੁਣ ਸੁਨੋ। ਅਰ ਗਾਉ ਰਸਨਾ ਗੀਤ, ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼੍ਰਵਨ ਗੋਬਿੰਦ ਗੁਣ ਸੁਨੋ। ਅਰ ਗਾਉ ਰਸਨਾ ਗੀਤ, ਰਹਾਉ। ਕਰ ਸਾਧ ਸੰਗਤ ਸਿਮਰ ਮਾਧੋ, ਹੋਹਿ ਪਤਿਤ ਪੁਨੀਤ। ਕਾਲ ਬਿਆਲ ਜਿਉ ਪਰਿਓ ਡੋਲੇ, ਮੁਖ ਪਸਾਰੇ ਮੀਤ। ਆਜ ਕਾਲ ਫੁਨ ਦੋਹਿ ਗ੍ਰਸ ਹੈ, ਸਮਝ ਰਾਖੋ ਚੀਤ। ਕਹੈ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਆਜ ਕਾਲ ਫੁਨ ਤੋਹਿ ਗ੍ਰਸ ਹੈ, ਸਮਝ ਰਾਖੋ ਚੀਤ। ਕਹੈ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਇਕਾਗਰਤਾ ਸਹਿਤ ਸਤ ਸੰਗਤ ਰੂਪ ਵਿੱਚ ਸੱਜ ਕੇ ਸ਼ਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 631 ਦੇ ਉੱਤੇ ਸੁਭਾਇਮਾਨ ਹੈ। ਸੋਰਠ ਮਹਲਾ ਨੌਵਾਂ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਰਾਗ ਸੋਰਠ ਦੇ ਵਿੱਚ। ਇਸ ਦੇ ਨਾਲ ਉਪਰੋਕਤ ਮੰਗਲਾਚਰਨ ਦਰਜ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਉਂਕਿ ਇੱਥੋਂ ਨੌਵੇਂ ਪਾਤਸ਼ਾਹ ਜੀ ਦੇ ਇਸ ਰਾਗ ਦੇ ਵਿੱਚ ਦਰਜ ਸ਼ਬਦਾਂ ਦੀ ਆਰੰਭਤਾ ਹੋ ਰਹੀ ਹੈ। ਕੁੱਲ 12 ਸ਼ਬਦ ਨੌਵੇਂ ਪਾਤਸ਼ਾਹ ਜੀ ਦੇ ਸੋਰਠ ਰਾਗ ਵਿੱਚ ਸੁਭਾਇਮਾਨ ਨੇ, ਦਰਜ ਨੇ। ਇਸ ਲਈ ਸੰਖੇਪ ਮੰਗਲਾਚਰਨ ਸਤਿਗੁਰੂ ਮਹਾਰਾਜ ਨੇ ਉੱਪਰ ਦਰਜ ਕੀਤਾ ਹੈ। ਉਹ ਪ੍ਰਭੂ ਸੱਤਾ ਸੰਪੰਨ ਪਰਮੇਸ਼ਰ ਅਕਾਲ ਪੁਰਖ ਇੱਕ ਹੈ। ਇੱਕ ਰਸ ਆਪਣੀ ਸਮੁੱਚੀ ਕੁਦਰਤ ਵਿੱਚ, ਕਾਇਨਾਤ ਵਿੱਚ ਵਿਆਪਕ ਹੈ।
ਸਦੀਵ ਕਾਲ ਹੋਂਦ ਵਾਲਾ ਹੈ। ਵਿਵੇਕ ਦੇ ਰਾਹੀਂ, ਸਤਿਗੁਰੂ ਦੀ ਬਖਸ਼ਿਸ਼ ਦੇ ਰਾਹੀਂ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਝੀ ਜੀਵ ਨੂੰ ਹੁੰਦੀ ਹੈ। ਇਸ ਤੋਂ ਅੱਗੇ ਸ਼ਬਦ ਆਰੰਭ ਹੁੰਦਾ ਹੈ। ਸਭ ਤੋਂ ਪਹਿਲਾਂ ਰਹਾਉ ਵਾਲਾ ਬੰਦ ਹੈ, ਜਿਸ ਦਾ ਤਤ ਭਾਵ ਹੈ ਠਹਿਰੋ, ਰੁਕੋ, ਵਿਚਾਰ ਕਰੋ। ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਮਹਾਰਾਜ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਪਹਿਲੇ ਲਫ਼ਜ਼ਾਂ ਦੇ ਵਿੱਚ ਮਨ ਨੂੰ ਸੰਬੋਧਨ ਹੁੰਦੇ ਹਨ। ਮਨ ਫੁਰਨਿਆਂ ਦਾ ਘਰ ਹੈ। ਸੰਕਲਪ, ਵਿਕਲਪ ਇਤਿਆਦਿਕ ਸਮੁੱਚੇ ਫੁਰਨੇ ਜਿਹੜੇ ਹਨ ਉਹਨਾਂ ਦੇ ਸੰਗ੍ਰਹਿ ਨੂੰ ਇਕੱਠੇ ਰੂਪ ਵਿੱਚ ਆਪਾਂ ਮਨ ਆਖਦੇ ਹਾਂ। ਮਨ ਕੋਈ ਦਿਸਣ ਵਾਲੀ ਚੀਜ਼ ਨਹੀਂ, ਪਰ ਸਾਡੇ ਸਰੀਰ ਦਾ ਸਮੁੱਚਾ ਸੰਚਾਲਕ ਜਿਹੜਾ ਇਸ ਨੂੰ ਫੁਰਨੇ ਤੋਰਦੇ ਹਨ। ਸਾਡੇ ਮਨ ਅੰਦਰ ਜਿਸ ਤਰ੍ਹਾਂ ਦਾ ਫੁਰਨਾ ਫੁਰਦਾ ਹੈ, ਸਰੀਰ ਤੇ ਕੁਝ ਕਾਰਨਾਂ ਕਰਕੇ ਉਹ ਕਾਰਨ ਕੁਝ ਆਪਸ ਵਿੱਚ ਰਲ ਜਾਂਦੇ ਨੇ, ਸਬੱਬ ਬਣ ਜਾਂਦੇ ਨੇ, ਤੇ ਉਹ ਸਾਡੇ ਮਨ ਦੇ ਫੁਰਨੇ ਜਿਹੜੇ ਨੇ ਉਹ ਇੰਪਲੀਮੈਂਟ ਹੋ ਜਾਂਦੇ ਨੇ। ਵਿਚਾਰਵਾਨਾਂ ਨੇ ਲਿਖਿਆ ਹੈ, ਇੱਕ ਤੇ ਸਾਡਾ ਕਰੈਕਟਰ ਨਾਪਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਸਮਝਿਆ ਜਾਂਦਾ ਹੈ ਸਾਡੀ ਕਹਿਣੀ ਤੋਂ, ਸਾਡੀ ਬਹਿਣੀ ਤੋਂ, ਸਾਡੇ ਬਾਹਰੀ ਕਰਮ ਤੋਂ। ਇਹ ਸਾਡੇ ਕਰੈਕਟਰ ਨੂੰ, ਕਿਰਦਾਰ ਨੂੰ ਸਮਝਣ ਦੇ ਕੁਝ ਬਾਹਰੀ ਢੰਗ ਹਨ ਵੀ ਬੰਦਾ ਕਿਵੇਂ ਬੋਲਦਾ ਹੈ, ਕਿਵੇਂ ਬੈਠਦਾ ਹੈ, ਕੀ ਕਰਦਾ ਹੈ, ਕੀ ਆਦਤਾਂ ਨੇ। ਪਰ ਜਿਹੜਾ ਸੱਚਮੁੱਚ ਸਾਡਾ ਕਿਰਦਾਰ ਹੁੰਦਾ ਉਹ ਸਾਡੇ ਮਨ ਅੰਦਰ ਹੀ ਹੁੰਦਾ ਹੈ। ਕਿਉਂਕਿ ਬਾਹਰੀ ਰੂਪ ਵਿੱਚ ਹੋ ਸਕਦਾ ਹੈ ਸਾਡੇ ਮਨ ਅੰਦਰ ਖਿਆਲ ਕੁਝ ਹੋਰ ਹੋਵੇ, ਫੁਰਨੇ ਕੁਝ ਹੋਰ ਹੋਣ, ਪਰ ਸਮੇਂ ਦੇ ਹਾਲਾਤ ਮੁਤਾਬਕ ਅਸੀਂ ਕਈ ਵਾਰ ਆਪਣੇ ਆਪ ਉੱਤੇ ਜ਼ਬਤ ਰੱਖ ਕੇ ਸਮਾਂ ਟਪਾ ਲੈਂਦੇ ਹਾਂ। ਜਿਵੇਂ ਉਦਾਹਰਣਵਤ ਮਨ ਕਰਕੇ ਅਸੀਂ ਨਿਮਰਤਾਵਾਨ ਨਹੀਂ, ਪਰ ਸਾਨੂੰ ਲੱਗਦਾ ਹੈ ਵੀ ਬਾਹਰ ਜਿੱਥੇ ਅਸੀਂ ਰਹਿ ਰਹੇ ਹਾਂ ਜਾਂ ਜਿਨ੍ਹਾਂ ਲੋਕਾਂ ਵਿੱਚ ਬੈਠੇ ਹਾਂ ਜਾਂ ਜਿਨ੍ਹਾਂ ਲੋਕਾਂ 'ਚ ਇਸ ਵੇਲੇ ਅਸੀਂ ਵਿਹਾਰ ਕਰਨਾ ਹੈ, ਉੱਥੇ ਸਾਡੀ ਆਕੜ ਨਹੀਂ ਚੱਲੇਗੀ। ਅਸੀਂ ਵੇਖਿਆ ਵੀ ਹਾਲਾਤ ਸਾਡੇ ਅੰਦਰ ਦੀ ਦਿਸ਼ਾ ਤੋਂ ਉਲਟ ਨੇ। ਇੱਥੇ ਅਸੀਂ ਜੀ ਨਹੀਂ ਸਕਾਂਗੇ, ਐਡਜਸਟਮੈਂਟ ਨਹੀਂ ਹੋਏਗੀ, ਤੇ ਉੱਥੇ ਅਸੀਂ ਨਿਮਰਤਾ ਦਾ ਪ੍ਰਗਟਾਵਾ ਕਰ ਲੈਂਦੇ ਹਾਂ। ਬੇਸਿਕਲੀ ਉਹ ਸਾਡਾ ਗੁਣ ਨਹੀਂ, ਉਹ ਅਸੀਂ ਕੇਵਲ ਵਿਹਾਰਕ ਤੌਰ ਦੇ ਉੱਤੇ ਬਾਹਰੀ ਰੂਪ ਵਿੱਚ ਸਾਨੂੰ ਕਰਨਾ ਪੈ ਰਿਹਾ। ਹੁਣ ਦੂਸਰਾ ਮਨੁੱਖ ਵੇਖ ਕੇ ਆਖੇਗਾ ਬਹੁਤ ਨਿਮਰਤਾਵਾਨ ਮਨੁੱਖ ਹੈ, ਪਰ ਸੱਚਾਈ ਕੀ ਹੈ? ਇਹ ਉਸ ਵੇਲੇ ਪਤਾ ਲੱਗੇਗੀ ਜਿਸ ਵੇਲੇ ਹਾਲਾਤ ਵੀ ਬਾਹਰ ਦੇ ਸੁਖਾਵੇਂ ਹੋਣ, ਸਾਡੇ ਕੋਲ ਆਕੜ ਕਰਨ ਦਾ, ਹੰਕਾਰ ਕਰਨ ਦਾ ਮੌਕਾ ਵੀ ਹੋਵੇ। ਜੇ ਉਸ ਵੇਲੇ ਵੀ ਅਸੀਂ ਨਹੀਂ ਕਰ ਰਹੇ ਤੇ ਫਿਰ ਸੱਚਮੁੱਚ ਮੰਨਿਆ ਜਾਏਗਾ ਵੀ ਹਾਂ ਨਿਮਰਤਾਵਾਨ ਹੈ, ਸੱਚਮੁੱਚ ਹੀ ਨਿਮਰਤਾਵਾਨ ਹੈ। ਨਹੀਂ ਤਾਂ ਬਦਲਦੇ ਹੋਏ ਹਾਲਾਤ ਵਿੱਚ ਮਨੁੱਖ ਉਹੀ ਹੁੰਦਾ ਹੈ। ਘੜੀ ਵਿੱਚ ਉਹਦੇ ਕੋਲ ਨਿਮਰਤਾ ਸੀ, ਘੜੀ ਦੇ ਵਿੱਚ ਹੰਕਾਰੀ ਵੀ ਹੋ ਜਾਂਦਾ। ਇਹਦਾ ਮਤਲਬ ਹੈ ਕਿਰਦਾਰ ਕੁਝ ਹੋਰ ਸੀ। ਘੜੀ ਪਲ ਵਿੱਚ ਉਹ ਮਨੁੱਖ ਜਿਹੜਾ ਹੈ ਉਹ ਮਿੱਠਾ ਬੋਲਦਾ ਹੈ, ਘੜੀ ਪਲ ਵਿੱਚ ਉਸੇ ਵੇਲੇ ਉਹਦੀ ਜ਼ਬਾਨ ਤੋਂ ਅੰਗਿਆਰ ਡਿੱਗਦੇ ਨੇ। ਇਹਦਾ ਮਤਲਬ ਹੈ ਜਦੋਂ ਹਾਲਾਤ ਬਾਹਰ ਦੇ ਅੰਦਰ ਦੇ ਹਾਲਾਤ ਨਾਲ ਮੇਲ ਖਾ ਗਏ ਤਾਂ ਉਹ ਅੰਦਰ ਦਾ ਅਸਲ ਪੱਖ ਜਿਹੜਾ ਸੀ ਉਹ ਦੁਨੀਆ ਦੇ ਸਾਹਮਣੇ ਨਸ਼ਰ ਹੋ ਗਿਆ। ਸੋ ਸਤਿਗੁਰੂ ਮਹਾਰਾਜ ਨੇ ਮੰਨਿਆ ਵੀ ਅਸੀਂ ਜੋ ਜੀਂਦੇ ਹਾਂ, ਜੋ ਅਸੀਂ ਜੀ ਰਹੇ ਹਾਂ, ਉਹ ਤਾਂ ਉਹ ਹੈ ਜੋ ਸਾਡੇ ਮਨ ਵਿੱਚ ਹੈ। ਜਿਹੜੀ ਚੀਜ਼ ਨੂੰ ਅਸੀਂ ਹੰਢਾਉਂਦੇ ਹਾਂ, ਉਹ ਕਿਹੜੀ ਨੂੰ ਹੰਢਾਉਂਦੇ ਹਾਂ? ਜੋ ਸਾਡੇ ਮਨ ਵਿੱਚ ਹੈ। ਮਨ ਕਰਕੇ ਜਿਹੋ ਜਿਹੇ ਫੁਰਨਿਆਂ ਨਾਲ ਅਸੀਂ ਜੁੜੇ ਹੋਏ ਹਾਂ, ਉਹੀ ਸਾਡਾ ਅਸਲ ਕਿਰਦਾਰ ਹੈ, ਉਹੀ ਸਾਡੀ ਅਸਲ ਤਸਵੀਰ ਹੈ, ਉਹੀ ਸਾਡਾ ਆਪਣਾ ਆਪਾ ਹੈ। ਇਸ ਲਈ ਹਜ਼ੂਰ ਨੇ ਸਮੁੱਚੀ ਗੱਲ ਜਿਹੜੀ ਹੈ ਨਾ, ਅਸੀਂ ਇੱਕ ਦੂਜੇ ਨੂੰ ਸੰਸਾਰਕ ਤੌਰ 'ਤੇ ਹੀ ਸਿਖਾਉਂਦੇ ਹਾਂ ਕਿ ਉੱਥੇ ਸਾਨੂੰ ਕੀ ਕਰਨਾ ਚਾਹੀਦਾ, ਉੱਥੇ ਕੀ। ਅਸੀਂ ਸਾਰੀ ਤਿਆਰੀ ਬਾਹਰ ਇੱਕ ਦੂਜੇ ਨੂੰ ਵਿਖਾਉਣ ਅਤੇ ਦਿਸਣ ਵਾਸਤੇ ਹੀ ਕਰਦੇ ਹਾਂ। ਖਿਮਾ ਕਰਨਾ, ਗੁਰੂ ਸਾਡੀ ਉਹ ਤਿਆਰੀ ਕਰਾਉਂਦਾ ਹੈ ਜਿਹੜੀ ਸੱਚਮੁੱਚ ਹੀ ਸਾਨੂੰ ਕਿਤੇ ਵੀ ਹੋਈਏ ਤੇ ਸਾਨੂੰ ਉਹੋ ਜਿਹਾ ਹੀ ਰਹਿਣ ਦੇਵੇ। ਗੁਰੂ ਸਾਹਿਬ ਸਾਡੇ ਮਨ ਦੀ ਤਿਆਰੀ ਕਰਦੇ ਨੇ, ਉਹ ਸਾਡੇ ਅੰਦਰ ਦੇ ਕਿਰਦਾਰ ਨੂੰ ਸਵਾਰਦੇ ਨੇ। ਅਤੇ ਇਸ ਲਈ ਜ਼ਰੂਰੀ ਹੈ ਵੀ ਸਾਡੇ ਮਨ ਨੂੰ
ਸਤਿਗੁਰੂ ਮਹਾਰਾਜ ਪਵਿੱਤਰ ਜਜ਼ਬਿਆਂ ਦੇ ਨਾਲ ਜੋੜਦੇ ਨੇ, ਆਖਦੇ ਨੇ ਮਨ ਦੇ ਫੁਰਨੇ ਉਨਾ ਚਿਰ ਸਹੀ ਨਹੀਂ ਹੋਣਗੇ ਜਿੰਨਾ ਚਿਰ ਤੇਰੇ ਅੰਦਰ ਪਵਿੱਤਰ ਜਜ਼ਬਿਆਂ ਦੀ ਘਾਟ ਹੈ। ਸਾਹਿਬ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੇ ਇੱਕ ਸਭ ਤੋਂ ਪਵਿੱਤਰ ਜਜ਼ਬੇ ਦਾ, ਵੈਸੇ ਤਾਂ ਸਾਡੇ ਅੰਦਰ ਅਸੀਂ ਜਜ਼ਬਾਤਾਂ ਦਾ ਘਰ ਆ, ਮਨੁੱਖ ਜਿਹੜੇ ਆ ਨਾ, ਅਸੀਂ ਸਾਡੀਆਂ ਫੀਲਿੰਗਸ ਨੇ ਜਿਹੜੀਆਂ, ਜੇ ਬੰਦੇ ਦੇ ਅੰਦਰੋਂ ਫੀਲਿੰਗਸ ਕੱਢ ਦਿੱਤੀਆਂ ਜਾਣ, ਜਜ਼ਬਾਤ ਕੱਢ ਦਿੱਤੇ ਜਾਣ ਤੇ ਪੱਥਰ ਹੋ ਜਾਏਗਾ। ਉਹ ਜਿਹੜੇ ਜਜ਼ਬਾਤ ਨੇ ਸਾਡੇ ਅੰਦਰ, ਵੀ ਸਾਨੂੰ ਦੁੱਖ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਮਹਿਸੂਸ ਹੁੰਦਾ ਹੈ, ਕੁਝ ਹਰ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ, ਸੈਂਸਿਟਿਵ ਹੋ ਜਾਂਦੇ ਹਾਂ, ਉਹ ਚੀਜ਼ ਹੀ ਸਾਡੀ ਪਛਾਣ ਹੈ ਵੀ ਅਸੀਂ ਮਨੁੱਖ ਹਾਂ। ਵੈਸੇ ਤੇ ਵਿਗਿਆਨੀਆਂ ਵਿਚਾਰਵਾਨਾਂ ਦਾ ਆਖਣਾ ਹੈ ਵੀ ਜਿਹੜੇ ਰੁੱਖ ਨੇ ਨਾ, ਉਹ ਵੀ ਮਹਿਸੂਸ ਕਰਦੇ ਨੇ, ਉਹਨਾਂ ਦੀਆਂ ਵੀ ਫੀਲਿੰਗਸ ਨੇ, ਪਸ਼ੂ ਪੰਛੀ ਕਰਦੇ ਨੇ, ਹਰ ਚੀਜ਼ ਜਿਹੜੀ ਹੈ ਕੁਦਰਤ ਦੀ ਉਹ ਰਿਐਕਟ ਕਰਦੀ ਹੈ, ਐਕਸ਼ਨ ਦਾ ਰਿਐਕਸ਼ਨ ਕਰਦੀ ਹੈ। ਮਨੁੱਖ ਵੀ ਐਵੇਂ ਕਰਦਾ ਹੈ। ਉਹ ਕਿਉਂ ਹੁੰਦਾ? ਸਾਡੇ ਅੰਦਰ ਫੀਲਿੰਗਸ ਨੇ। ਜੇ ਭਲਾ ਸੋਚ ਕੇ ਵੇਖੋ, ਅੰਦਰ ਦੇ ਉਹ ਫੀਲਿੰਗਸ ਮਹਿਸੂਸ ਕਰਨ ਦੀ ਭਾਵਨਾ ਖਤਮ ਹੋ ਜਾਏ ਬੰਦੇ ਅੰਦਰੋਂ, ਤਾਂ ਮਨੁੱਖ ਕੀ ਹੋਵੇਗਾ ਇਸ ਸੰਸਾਰ 'ਚ? ਇੱਕ ਚਲਦੀ ਫਿਰਦੀ ਮਸ਼ੀਨ ਹੋਵੇਗਾ, ਇੱਕ ਪੱਥਰ ਸਮਾਨ ਹੋਏਗਾ, ਜਿਸ ਨੂੰ ਕੋਈ ਚੀਜ਼ ਵੀ ਅਨੁਭਵ ਨਹੀਂ ਹੋ ਰਹੀ, ਮਹਿਸੂਸ ਨਹੀਂ ਹੋ ਰਹੀ, ਉਹਦੇ ਅੰਦਰ ਕੋਈ ਫੀਲਿੰਗਸ ਨਹੀਂ, ਉਹਦੇ ਅੰਦਰ ਕੋਈ ਜਜ਼ਬਾਤ ਨਹੀਂ। ਸਤਿਗੁਰੂ ਨੇ ਇੱਕ ਬੜੀ ਬਾਕਮਾਲ ਗੱਲ ਕਹੀ ਵੀ ਸਾਡੇ ਜੀਵਨ ਵਿੱਚ ਅਸੀਂ ਮਨਮੁਖ, ਸ਼ੈਤਾਨ, ਸਾਕਤ, ਦੁਰਾਚਾਰੀ, ਮੰਦੇ ਅਮਲਾਂ ਵਾਲੇ ਕਦੋਂ ਬਣਦੇ ਆ? ਜਦੋਂ ਸਾਡੇ ਜਜ਼ਬੇ ਜਿਹੜੇ ਨੇ ਉਹ ਪਲੀਤ ਹੋ ਜਾਂਦੇ ਆ। ਗੱਲ ਥੋੜ੍ਹੀ ਜਿਹੀ ਸਮਝਣ ਵਾਲੀ ਹੈ, ਕਿਉਂਕਿ ਬਾਣੀ ਦੀ ਫਿਲਾਸਫੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਸਾਰੇ ਪੱਖ ਸਾਨੂੰ ਸਮਝਾਏ ਨੇ। ਅਸੀਂ ਕਦੋਂ ਮੰਦੇ ਰਾਹ ਦੇ ਉੱਤੇ ਤੁਰਦੇ ਹਾਂ, ਸਾਡਾ ਜੀਵਨ ਕਦੋਂ ਨੀਵਾਂ ਡਿੱਗਦਾ ਹੈ, ਕਦੋਂ ਅਸੀਂ ਬਦ ਅਮਲਾਂ ਦੇ ਵਿੱਚ ਪੈ ਜਾਂਦੇ ਹਾਂ, ਕਦੋਂ ਵਿਕਾਰੀ ਹੁੰਦੇ ਹਾਂ, ਕਿਉਂ ਮਨਮੁਖ ਹੁੰਦੇ ਹਾਂ, ਕਿਉਂ ਸਾਕਤ ਹੁੰਦੇ ਹਾਂ? ਇਹਦਾ ਮੂਲ ਕਾਰਨ ਜਦੋਂ ਸਾਡੇ ਜਜ਼ਬੇ ਪਲੀਤ, ਅਪਵਿੱਤਰ ਹੋ ਜਾਂਦੇ ਨੇ। ਜਿਵੇਂ ਅਸੀਂ ਆਪਣੀ ਸਰੀਰ ਦੀ ਸਫਾਈ ਦਾ ਖਿਆਲ ਰੱਖਦੇ ਹਾਂ ਨਾ, ਇਵੇਂ ਹੀ ਹੈ ਆਪਣੇ ਮਨ ਦੀ ਸਫਾਈ ਦਾ ਖਿਆਲ ਰੱਖਣਾ, ਆਪਣੀਆਂ ਫੀਲਿੰਗਸ ਦਾ ਖਿਆਲ ਰੱਖਣਾ। ਸਾਡੇ ਅੰਦਰ ਪ੍ਰੇਮ ਹੈ ਪਰ ਬੜਾ ਪਲੀਤ ਕਿਸਮ ਦਾ ਹੈ। ਸਾਡੇ ਅੰਦਰ ਦਇਆ ਹੈ ਪਰ ਉਹ ਸਵਾਰਥ ਤੋਂ ਪ੍ਰੇਰਿਤ ਹੈ, ਉਹ ਆਪਣਿਆਂ ਉੱਤੇ ਹੁੰਦੀ ਹੈ, ਦੂਜਿਆਂ ਉੱਤੇ ਨਹੀਂ ਹੁੰਦੀ। ਸਾਡੇ ਅੰਦਰ ਵੀ ਨਿਮਰਤਾ ਹੈ ਪਰ ਉਹ ਤਕੜੇ ਸਾਹਮਣੇ ਹੈ, ਮਾੜੇ ਸਾਹਮਣੇ ਨਹੀਂ ਹੁੰਦੀ। ਸਾਡੇ ਅੰਦਰ ਵੀ ਇਹ ਪਵਿੱਤਰ ਜਜ਼ਬੇ ਹਨ, ਪਰ ਇਹ ਜਜ਼ਬੇ ਪ੍ਰੇਰਿਤ ਹੋ ਗਏ ਨੇ ਸਵਾਰਥ ਤੋਂ, ਹੰਕਾਰ ਤੋਂ। ਇਹ ਕਿਤੇ ਨਾ ਕਿਤੇ ਪਲੀਤ ਹੋ ਗਏ ਨੇ, ਅਪਵਿੱਤਰ ਹੋ ਗਏ ਨੇ। ਜਿਸ ਦਿਨ ਸਾਡੇ ਜਜ਼ਬੇ ਪਵਿੱਤਰ ਹੋਣਗੇ, ਉਹ ਹਰ ਜਗ੍ਹਾ 'ਤੇ ਇੱਕੋ ਜਿਹੇ ਹੋਣਗੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਏਡੀ ਬਾ ਕਮਾਲ ਉਪਦੇਸ਼ ਦਿੱਤਾ। ਹਜ਼ੂਰ ਕਹਿੰਦੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਹੁਣ ਕੋਈ ਕਹਿ ਸਕਦਾ ਹੈ, ਅਸੀਂ ਆਮ ਜੋ ਸਮਾਜਿਕ ਸਟਰਕਚਰ ਵਿੱਚ ਜੀਨੇ ਆ ਨਾ, ਜਿਹੜੀ ਸੋਸ਼ਲ ਲਾਈਫ, ਉਹਦੇ 'ਚ ਆਪਾਂ ਕਹਿੰਦੇ ਆ ਹਰ ਮਨੁੱਖ ਨੂੰ ਬਰਾਬਰ ਸਮਝੋ, ਹਰ ਪ੍ਰਾਣੀ ਨੂੰ ਰਿਸਪੈਕਟ ਦਿਓ, ਤੁਹਾਨੂੰ ਕੁਝ ਮੈਨਰਸ ਹੋਣੇ ਚਾਹੀਦੇ ਨੇ ਵੀ ਕਿਸੇ ਮਨੁੱਖ ਨਾਲ ਕਿਵੇਂ ਡੀਲ ਕਰਨਾ ਹੈ। ਪਰ ਇੱਕ ਧਿਆਨ ਰੱਖਣਾ, ਡੀਪਲੀ, ਡੂੰਘਾਈ ਨਾਲ ਸੋਚਿਓ। ਕਾਨੂੰਨ ਦੀਆਂ ਪਾਬੰਦੀਆਂ ਨੇ, ਸਮਾਜ ਦੀ ਆਬੋ ਹਵਾ ਹੈ, ਜਿਸ ਕਰਕੇ ਅਸੀਂ ਕਈ ਵਾਰ ਮਜਬੂਰੀ 'ਚ ਇਹ ਚੀਜ਼ਾਂ ਮੰਨਦੇ ਹਾਂ। ਸਾਰਿਆਂ ਨੂੰ ਬਰਾਬਰ ਸਮਝਣਾ ਪੈਂਦਾ, ਨਹੀਂ ਤਾਂ ਲੋਕ ਕਹਿਣਗੇ ਰੇਸਿਸਟ ਹੈ। ਜੇ ਅਸੀਂ ਇਸ ਤਰ੍ਹਾਂ ਕਰ ਲਿਆ ਤੇ ਕਾਨੂੰਨ ਤੇ ਸਮਾਜ ਜਿਹੜਾ ਸਾਨੂੰ ਨਫ਼ਰਤ ਕਰੇਗਾ। ਭਲਾ ਸੋਚ ਕੇ ਵੇਖੋ, ਜੇ ਕਾਨੂੰਨ ਦਾ ਡੰਡਾ ਵੀ ਸਿਰ 'ਤੇ ਨਾ ਹੋਵੇ, ਜੇ ਸਮਾਜ ਦਾ ਵੀ ਤੁਹਾਨੂੰ ਡਰ ਨਾ ਹੋਵੇ, ਫਿਰ ਕੀ ਹੋਵੋ ਤੁਸੀਂ? ਉੱਥੇ ਜਾ ਕੇ ਮੈਟਰ ਕਰਦੀ ਹੈ ਇਹ ਚੀਜ਼। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਗੱਲ ਕਰਦੇ ਨੇ, ਉਹ ਕਾਨੂੰਨ ਦੀ ਮੁਹਤਾਜ ਨਹੀਂ। ਸਤਿਗੁਰੂ ਕਹਿੰਦੇ, ਮੈਂ ਇਹ ਚਾਹੁੰਦਾ ਵੀ ਮੰਨ ਲੈ ਤੇਰੇ ਸਿਰ 'ਤੇ ਕਾਨੂੰਨ ਦਾ ਡੰਡਾ ਵੀ ਨਾ ਹੋਵੇ, ਤੈਨੂੰ ਕਾਨੂੰਨ ਦਾ ਡਰ ਵੀ ਨਾ ਹੋਵੇ, ਤੈਨੂੰ ਸਮਾਜ ਦਾ ਕੋਈ ਭੈ ਵੀ ਨਾ ਹੋਵੇ। ਮੈਂ ਚਾਹੁੰਦਾ ਉਸ ਵੇਲੇ ਤੂੰ ਕੀ ਹੋਵੇਂ, ਮੈਂ ਤੇਰੀ ਤਿਆਰੀ ਇਹੋ ਜਿਹੀ ਕਰਨੀ ਚਾਹੁੰਦਾ। ਅੱਜ ਅਸੀਂ ਜੇ ਜਿੰਨੇ ਕੁ ਚੰਗੇ ਆ ਨਾ, ਮਾਫ਼ ਕਰਿਓ, ਉਹਦੇ 'ਚ ਸਾਡੀਆਂ ਮਜਬੂਰੀਆਂ ਵੱਧ ਨੇ ਤੇ ਸਾਡਾ ਆਪਣਾ ਜੀਵਨ ਚੰਗਾ ਬਹੁਤ ਘੱਟ ਹੁੰਦਾ। ਬਹੁਤ ਕਮੀਆਂ ਤੋਂ ਅਸੀਂ ਇਸ ਕਰਕੇ ਰੁਕੇ ਹੋਏ ਆ ਵੀ ਸਾਨੂੰ ਸਮਾਜ ਦਾ ਭੈ ਹੈ, ਅਸੀਂ ਰਹਿਣਾ ਕਿੱਥੇ ਆ ਫਿਰ?
ਬਹੁਤ ਸਾਰੀਆਂ ਭੁੱਲਾਂ ਅਸੀਂ ਇਸ ਕਰਕੇ ਨਹੀਂ ਕਰਦੇ ਵੀ ਕਾਨੂੰਨ ਦਾ ਭੈ ਤੇ ਡਰ ਹੈ। ਅਸੀਂ ਸਜ਼ਾ ਯਾਫਤਾ ਮੁਜਰਮ ਬਣ ਸਕਦੇ ਹਾਂ ਜੇ ਅਸੀਂ ਉਹ ਕੁਝ ਕਰੀਏ ਜੋ ਕੁਝ ਸਾਡੇ ਅੰਦਰ ਭਰਿਆ ਪਿਆ। ਤੋ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਪ੍ਰੈਸ਼ਰ ਥੱਲੇ ਅਸੀਂ ਚੰਗਿਆਈ ਨੂੰ ਮੰਨਣ ਲਈ ਰਾਜ਼ੀ ਹੋ ਜਾਂਦੇ, ਪਰ ਗੁਰੂ ਮਹਾਰਾਜ ਜਿਹੜੀ ਗੁਰਮੁਖ ਦਾ ਤਸਵਰ ਕਰਦੇ ਨੇ ਬਾਣੀ ਅੰਦਰ, ਉਹ ਗੁਰਮੁਖ ਜਿਹੜਾ ਹੈ ਉਹ ਸਮੇਂ ਦੀ ਹੱਦ ਤੋਂ, ਕਾਨੂੰਨ ਦੀ ਹੱਦ ਤੋਂ, ਦੇਸ਼ ਦੀ ਹੱਦ ਤੋਂ ਇਸ ਕਰਕੇ ਮੁਕਤ ਹੈ ਵੀ ਉਹਦਾ ਅੰਤਰ-ਆਤਮਾ ਹੀ ਇੰਨਾ ਪਵਿੱਤਰ ਹੈ ਵੀ ਉਹ ਕਿਸੇ ਭੈ ਥੱਲੇ ਚੰਗਾ ਨਹੀਂ ਬਣਿਆ ਹੋਇਆ। ਉਹ ਆਲਰੇਡੀ ਉਹਦੇ ਅੰਦਰ ਚੰਗਿਆਈ ਕੁਦਰਤ ਦੀ ਬਖਸ਼ਿਸ਼ ਨਾਲ ਭਰੀ ਹੋਈ ਹੈ, ਔਰ ਉਹਦਾ ਬੇਸ ਹੈ। ਉਹਦਾ ਬੇਸ ਕੀ ਹੈ? ਪਰਮੇਸ਼ਰ। ਉਹ ਪਰਮੇਸ਼ਰ ਜਿਹੜਾ ਸਮੇਂ ਤੋਂ ਮੁਕਤ ਹੈ, ਉਹ ਪਰਮੇਸ਼ਰ ਜਿਹੜਾ ਦੇਸ਼ ਕਾਲ ਦੀਆਂ ਹੱਦਾਂ ਤੋਂ ਰਹਿਤ ਹੈ, ਉਹ ਪਰਮੇਸ਼ਰ ਜਿਹੜਾ ਕਿਸੇ ਹੁਕਮ ਦਾ ਮੁਹਤਾਜ ਨਹੀਂ, ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਤੇ ਪ੍ਰੇਮ ਦੇ ਆਧਾਰਤ ਆਪਣੇ ਜਜ਼ਬੇ ਪਾਕ ਰੱਖਦਾ ਹੈ, ਉਹ ਹਰ ਜਗ੍ਹਾ ਦੇ ਉੱਤੇ ਸਮੇਂ ਦੀ ਸੀਮਾ ਦੀ ਹੱਦ ਤੋਂ ਪਰੇ ਜਾ ਕੇ ਉਹ ਸਦਾ ਹੀ ਅੰਦਰੋਂ ਚੰਗਾ ਤੇ ਧਰਮੀ ਬਣਿਆ ਰਹਿੰਦਾ ਹੈ। ਉਹ ਕਿਸੇ ਮਜਬੂਰੀ ਬਸ ਧਰਮੀ ਨਹੀਂ ਹੈ, ਉਹ ਕਿਸੇ ਭੈ ਕਾਰਨ ਚੰਗਾ ਕੰਮ ਨਹੀਂ ਕਰ ਰਿਹਾ। ਉਹਦੀ ਆਤਮਕ ਬਣਤਰ ਹੀ, ਜਿਸ ਨੂੰ ਮਹਾਰਾਜ ਦੀ ਮੁਬਾਰਕ ਬਾਣੀ 'ਚ ਆਪਾਂ ਪੜ੍ਹਦੇ ਹਾਂ, ਤਿੱਥ ਹੈ ਘੜੀ ਹੈ ਸੁਰਤ ਮਤ ਮਨ ਬੁੱਧ। ਮੈਂ ਇੱਕ ਉਦਾਹਰਣ ਦਿੰਦਾ। ਮੰਨ ਲਓ ਕੋਈ ਚੀਜ਼ ਘੜੀ ਗਈ ਹੈ ਭਾਰਤ ਵਿੱਚ, ਉਸ ਦੇ 4 ਨੁੱਕਰਾਂ ਨੇ, 4 ਕੋਣਾਂ ਨੇ ਉਸ ਦੀਆਂ। ਮੰਨ ਲਓ ਇੱਕ ਮੈਂ ਉਦਾਹਰਣ ਹੋਰ ਇਹਨੂੰ ਥੋੜ੍ਹੀ ਸੌਖੀ ਕਰਦੇ ਹਾਂ। ਸੋਨੇ ਦਾ ਇੱਕ ਗਹਿਣਾ ਆਪਾਂ ਲੈ ਕੇ ਆਏ, ਇੰਡੀਆ ਤੋਂ ਬਣਵਾਇਆ, ਉਹਨੂੰ ਤੁਸੀਂ ਪਾਕਿਸਤਾਨ ਲੈ ਜਾਓ, ਅਫਗਾਨਿਸਤਾਨ ਲੈ ਜਾਓ, ਯੂਰਪ ਲੈ ਜਾਓ, ਉਹਨੂੰ ਤੁਸੀਂ ਕੈਨੇਡਾ ਲੈ ਜਾਓ, ਅਮਰੀਕਾ ਲੈ, ਕਿਸੇ ਵੀ ਮੁਲਕ ਵਿੱਚ ਉਹਦੀ ਸ਼ਕਲ 'ਚ ਫਰਕ ਪੈਂਦਾ, ਉਹਦੀ ਘਾੜਤ ਬਦਲ ਜਾਂਦੀ ਹੈ। ਵੀ ਜਦੋਂ ਤੁਸੀਂ ਦੂਜੇ ਦੇਸ਼ 'ਚ ਗਏ ਉਹਦੀ ਘਾੜਤ, ਉਹਦੀ ਬਣਤਰ 'ਚ ਫਰਕ ਪੈ ਗਿਆ, ਐਸਾ ਤਾਂ ਨਹੀਂ ਨਾ ਹੁੰਦਾ। ਉਹ ਧਾਤ ਵੀ ਬਦਲ ਜਾਂਦੀ ਹੈ। ਜੇ ਉਹਨੂੰ ਦੂਸਰੇ ਮੁਲਕ ਵਿੱਚ ਲੈ ਜਾਈਏ, ਉਹਦੀ ਧਾਤ, ਉਹਦੀ ਜਿਹੜੀ ਕੁਆਂਟਿਟੀ ਹੈ ਜਾਂ ਕੁਆਲਿਟੀ, ਉਹਦੇ 'ਚ ਫਰਕ ਪੈ ਜਾਂਦਾ ਹੈ? ਬਿਲਕੁਲ ਨਹੀਂ। ਉਹਦੀ ਜਿਹੜੀ ਘਾੜਤ ਉਹੋ ਜਿਹੀ ਰਹਿੰਦੀ ਹੈ। ਗੁਰੂ ਸਾਹਿਬ ਦਾ ਇਸ ਕਥਨ ਵਿੱਚ ਭਾਵ ਕੀ ਹੈ? ਜਿਨ੍ਹਾਂ ਦਾ ਆਤਮਿਕ ਜੀਵਨ ਘੜਿਆ ਜਾਂਦਾ ਹੈ ਨਾ, ਉਹਨਾਂ ਨੂੰ ਦੇਸ਼ ਕਾਲ ਦੀਆਂ ਹੱਦਾਂ ਨਾਲ, ਸਮੇਂ ਦੀਆਂ ਪਾਬੰਦੀਆਂ ਵਿੱਚ ਵੀ ਉਹ ਹਰ ਜਗ੍ਹਾ ਦੇ ਉੱਤੇ ਇੱਕੋ ਜਿਹੇ ਰਹਿਣਗੇ। ਉਹਨਾਂ ਦਾ ਅੱਜ ਵੀ ਉਹੋ ਜਿਹਾ, ਆਉਣ ਵਾਲਾ ਭਲਕ ਵੀ ਉਹੋ ਜਿਹਾ ਹੋਏਗਾ। ਸਾਡਾ ਨਹੀਂ ਹੋਏਗਾ, ਘੱਟੋ ਘੱਟ ਸਾਡਾ ਨਹੀਂ ਹੋਏਗਾ। ਹੁਣ ਮੇਰੇ ਵਰਗਾ ਮਨੁੱਖ ਜਿਹੜਾ ਹੈ ਨਾ, ਮੈਂ ਆਪਣੀ ਉਦਾਹਰਣ ਦਿੰਦਾ। ਮੰਨ ਲਓ ਮੈਂ ਇੱਥੇ ਬੈਠਾ, ਇੱਥੋਂ ਦਾ ਕਾਨੂੰਨ ਦਾ ਮੈਨੂੰ ਭੈ ਹੋਰ ਹੈ, ਮੈਂ ਭਾਰਤ ਵਿੱਚ ਚਲਾ ਗਿਆ, ਉੱਥੇ ਮੇਰੇ ਬਿਹੇਵੀਅਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈਣਾ, ਕਿਉਂਕਿ ਮੈਨੂੰ ਉੱਥੇ ਜਿਹੜੇ ਇੱਥੇ ਡਰ ਨੇ ਉੱਥੇ ਨਹੀਂ ਹੋਣੇ, ਜਿਹੜੇ ਉੱਥੇ ਹੋਣਗੇ ਇੱਥੇ ਨਹੀਂ ਹੋਣੇ। ਜਦੋਂ ਮੈਂ ਆਪਣਿਆਂ ਵਿੱਚ ਬੈਠਾ ਮੈਂ ਹੋਰ ਤਰ੍ਹਾਂ ਦਾ, ਜਦੋਂ ਬੇਗਾਨਿਆਂ 'ਚ ਬੈਠਾਂਗਾ ਉੱਥੇ ਮੈਂ ਹੋਰ ਤਰ੍ਹਾਂ ਦਾ ਹੋਵਾਂਗਾ, ਕਿਉਂਕਿ ਮੇਰੀ ਸਿਚੁਏਸ਼ਨ ਬਦਲ ਜਾਣੀ, ਉਹਦੇ ਨਾਲ ਨਾਲ ਮੈਂ ਬਦਲ ਜਾਣਾ, ਮੇਰੇ ਆਤਮਿਕ ਮਾਨਸਿਕ ਜਜ਼ਬੇ ਵੀ ਬਦਲ ਜਾਣੇ ਨੇ। ਪਰ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਤੋਂ ਵੱਡੀ ਉਦਾਹਰਣ ਕਿਹਦੀ ਦਿੱਤੀ ਜਾ ਸਕਦੀ? ਵੇਖੋ, ਸਤਿਗੁਰੂ ਮਹਾਰਾਜ ਜਿਹੜੇ ਗੁਣਾਂ ਦੀ ਗੱਲ ਕਾਂਸ਼ੀ 'ਚ ਬੈਠੇ ਕਰ ਰਹੇ ਨਾ, ਉਹੀ ਗੱਲ ਉਹ ਮੱਕੇ 'ਚ ਵੀ ਕਰ ਰਹੇ। ਉਹਨਾਂ ਨੂੰ ਪੁੱਛਿਆ, ਇਨਸਾਨ ਧਰਮੀ ਕਿਹੋ ਜਿਹਾ ਹੋਣਾ ਚਾਹੀਦਾ? ਤੁਹਾਡੀ ਦ੍ਰਿਸ਼ਟੀ ਵਿੱਚ ਗੁਰਮੁਖ ਦਾ ਤਸਵਰ ਕੀ, ਗੁਰਮੁਖ ਕਿਹੋ ਜਿਹਾ ਹੋਵੇ? ਤੇ ਗੁਰੂ ਨਾਨਕ ਮਹਾਰਾਜ ਨੇ ਉਹੀ ਪਵਿੱਤਰ ਖਿਆਲ, ਹਾਂ ਲੈਂਗੁਏਜ ਦਾ ਫਰਕ ਹੋ ਸਕਦਾ ਹੈ, ਭਾਸ਼ਾਈ ਪੱਖ ਤੋਂ ਫਰਕ, ਕਿਉਂਕਿ ਜਿਹੜੇ ਬੋਲ, ਜਿਹੜਾ ਸ਼ਬਦ ਜਿਹੜਾ ਹੈ ਉਹ ਭਾਰਤ ਦੇ ਕਾਂਸ਼ੀ ਦੇ ਇਲਾਕੇ ਦੇ ਲੋਕ ਸਮਝਣਗੇ, ਉਹ ਮੱਕੇ ਦੇ ਲੋਕ ਤੇ ਨਹੀਂ ਨਾ ਸਮਝਣਗੇ। ਇੰਨਾ ਫਰਕ ਪੈ ਸਕਦਾ। ਪਰ ਜਿਹੜੀ ਬੇਸਿਕ ਚੀਜ਼ ਹੈ, ਗੁਰੂ ਨਾਨਕ ਸਾਹਿਬ ਜੋ ਇੱਥੇ ਕਹਿ ਰਹੇ ਨੇ ਉਹੀ ਬਚਨ ਉੱਥੇ ਕਹਿ ਰਹੇ, ਉਹਦੇ ਵਿੱਚ ਕੋਈ ਫਰਕ ਨਹੀਂ ਪਿਆ। ਕਿਉਂਕਿ ਸਤਿਗੁਰੂ ਨੇ ਆਖਿਆ ਦੁਨੀਆ ਦਾ ਕੋਈ ਵੀ ਮਨੁੱਖ ਹੋਵੇ, ਉਹਦੀ ਘਾੜਤ ਜੇ ਸੱਚਮੁੱਚ ਉਹ ਚਾਹੁੰਦਾ ਹੈ ਆਪਣੇ ਆਤਮਿਕ ਜੀਵਨ ਦੀ ਘਾੜਤ ਕਰਨਾ, ਤਾਂ ਉਹਦਾ ਇੱਕੋ ਹੀ ਤਰੀਕਾ ਹੈ, ਉਹਦੇ ਕੋਈ 2-3 ਤਰੀਕੇ ਨਹੀਂ ਹਨ। ਬਾਬਾ ਫਰੀਦ ਸਾਹਿਬ ਜੀ ਦੀ ਬੋਲਬਾਣੀ ਵਿੱਚ ਫਰਕ ਹੋ ਸਕਦਾ। ਉਹ ਸਭ ਤੋਂ ਪੁਰਾਣੇ ਮਹਾਂਪੁਰਖ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਹੈ। ਚੇਤੇ ਵਿੱਚ ਰੱਖ, ਸਭ ਤੋਂ ਪੁਰਾਣੇ ਸਮੇਂ ਦੇ ਆਧਾਰ ਤੋਂ ਸਭ ਤੋਂ ਪੁਰਾਣੇ ਮਹਾਂਪੁਰਖ ਨੇ। ਬੜੀ ਠੇਠ ਪੰਜਾਬੀ ਉਹਨਾਂ ਦੀ ਬੋਲੀ ਹੈ। ਪਰ ਮੇਰਾ ਖਿਆਲ ਹੈ ਸਾਡੇ ਸਭਨਾਂ ਦੇ ਲਈ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ, ਉਹਨਾਂ ਦੇ ਲਈ ਤਾਂ ਬੜੀ ਫਖਰ ਦੀ ਗੱਲ ਹੈ ਵੀ ਇੰਨੇ ਪੁਰਾਣੇ
ਜਿਹੜੇ ਰਾਈਟਰ ਨੇ ਸਾਡੇ ਕੋਲ, ਉਹ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਨੇ, ਔਰ ਉਹਨਾਂ ਦੀ ਬਾਣੀ ਅਸੀਂ ਰੋਜ਼ ਬੜੇ ਅਦਬ ਨਾਲ ਪੜ੍ਹਦੇ ਹਾਂ। ਬਾਬਾ ਨਾਮਦੇਵ ਸਾਹਿਬ ਬੜਾ ਚਿਰ ਮਗਰੋਂ ਹੋਏ, ਅਤੇ ਉਹ ਮਹਾਰਾਸ਼ਟਰ, ਉਹਨਾਂ ਦੀ ਬੋਲੀ ਵਿੱਚ ਮਰਾਠੀ ਦੇ ਸ਼ਬਦ ਤੁਸੀਂ ਵੇਖੋਗੇ। ਕਬੀਰ ਸਾਹਿਬ ਅਤੇ ਬਾਬਾ ਰਵਿਦਾਸ ਸਾਹਿਬ ਦੀ ਬਾਣੀ 'ਚ ਤੁਸੀਂ ਹਿੰਦਕੀ ਦੇ ਸ਼ਬਦ ਜ਼ਿਆਦਾ ਪੜ੍ਹੋਗੇ। ਉਹ ਕਾਂਸ਼ੀ ਦੇ ਰਹਿਣ ਵਾਲੇ ਅਤੇ ਕਾਂਸ਼ੀ ਦੇ ਨੇੜੇ ਦੇ ਰਹਿਣ ਵਾਲੇ ਸਨ। ਇਵੇਂ ਬੋਲੀ ਦਾ ਫਰਕ ਪੈਂਦਾ ਹੈ, ਭਾਸ਼ਾਈ ਪੱਖ ਤੋਂ ਫਰਕ ਪੈਂਦਾ ਹੈ। ਹੁਣ ਮੈਂ 9ਵੇਂ ਪਾਤਸ਼ਾਹ ਦੇ ਸ਼ਬਦ ਪੜ੍ਹ ਰਿਹਾ, ਮੈਂ ਵੇਖਦਾ ਆਮ ਤੌਰ 'ਤੇ ਬਾਣੀ ਦੇ ਵਿੱਚ ਮਾਨੋ ਸ਼ਬਦ ਆਉਂਦਾ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਮਾਨੋ ਊੜੇ ਨਾਲ ਲਿਖ ਲੈਂਦੇ ਨੇ। ਤਿਆਗੋ ਸ਼ਬਦ ਆਉਂਦਾ ਹੈ ਅਤੇ ਉਹ ਊੜੇ ਹੈ। ਸਤਿਗੁਰੂ ਮਹਾਰਾਜ ਦੀ ਸ਼ਬਦਾਵਲੀ ਵੀ ਬੜੀ ਆਮ ਜਿਹੀ ਹੈ, ਬੜੀ ਸੌਫਟ ਜਿਹੀ, ਕਿਤੇ ਵੀ ਉਹ ਬਹੁਤਾ ਔਖਿਆਈ ਵਾਲਾ ਸ਼ਬਦ ਵਰਤੋਂ ਵਿੱਚ ਨਹੀਂ ਲਿਆਉਂਦੇ। ਇਸ ਦਾ ਜੋ ਮੈਂ ਕਾਰਨ ਜਾਂ ਸਮਝਦਾ, ਜਾਂ ਜੋ ਲਿਖਾਵਟਾਂ ਲਿਖਣ ਵਾਲਿਆਂ ਨੇ ਕਿਹਾ, ਉਹਨਾਂ ਦਾ ਕਾਰਨ ਹੈ, ਉਹ ਕਹਿੰਦੇ ਵੀ ਮਹਾਰਾਜ ਬਹੁਤਾਤ ਐਸੇ ਇਲਾਕੇ ਵਿੱਚ ਵੀ ਵਿਚਰੇ ਨੇ ਜਿੱਥੇ ਲੋਕ ਜਿਹੜੇ ਸਨ ਬਹੁਤੀ ਮਹਿੰਗੀ ਬੋਲੀ ਨਹੀਂ ਸਨ ਸਮਝ ਸਕਦੇ। ਅਤੇ ਸਤਿਗੁਰੂ ਦਾ ਹਰ ਇੱਕ ਦਾ ਆਪਣਾ ਢੰਗ ਵੀ ਹੈ ਗੱਲ ਕਹਿਣ ਦਾ। ਜੋ ਕਬੀਰ ਸਾਹਿਬ ਸ਼ਬਦ ਵਰਤਦੇ ਨੇ, ਬਾਬਾ ਰਵਿਦਾਸ ਜੀ ਵਰਤਦੇ ਹੀ ਨਹੀਂ, ਤੁਸੀਂ ਵੇਖੋ। ਹਾਲਾਂਕਿ ਰਹਿਣ ਵਾਲੇ ਦੋਵੇਂ ਇੱਕ ਹੀ ਜਗ੍ਹਾ ਦੇ ਨੇ, ਕੋਈ ਬਹੁਤਾ ਫਰਕ ਨਹੀਂ। ਖੈਰ, ਭੱਟ ਸਾਹਿਬਾਨਾਂ ਨੇ ਜਿਹੜੀ ਭਾਸ਼ਾ ਵਰਤੀ ਆਪਣੇ ਸਵਈਆਂ ਦੇ ਵਿੱਚ, ਉਹ ਬੜੀ ਮਹਿੰਗੀ ਭਾਸ਼ਾ ਹੈ। ਉਹਨਾਂ ਦੇ ਬੋਲ ਜਿਹੜੇ ਨੇ, ਉਹਨਾਂ ਦੇ ਉੱਤੇ ਉਚੇਚਾ ਵਜ਼ਨ ਦੇਣਾ ਪੈਂਦਾ ਹੈ। ਕਿੱਥੇ ਰੁਕਣਾ ਹੈ, ਕਿਵੇਂ ਪੜ੍ਹਨਾ ਹੈ, ਉਸ ਸ਼ਬਦ ਦਾ ਉਚਾਰਨ ਕੀ ਹੋਵੇ, ਉਹਦਾ ਅਰਥ ਭਾਵ ਕੀ ਬਣਦਾ ਹੈ, ਉਹਦੇ 'ਤੇ ਥੋੜ੍ਹਾ ਜਿਹਾ ਵੱਧ ਤੁਹਾਨੂੰ ਜ਼ੋਰ ਲਾਉਣਾ ਪੈਂਦਾ ਹੈ। ਇਹ ਤਰੀਕਾ ਹੈ ਆਪਣਾ ਆਪਣਾ। ਕੋਈ ਆਪਣੇ ਕਥਨ ਨੂੰ ਕਿਸੇ ਅੰਦਾਜ਼ ਵਿੱਚ ਆਖਦਾ, ਕੋਈ ਕਿਸੇ 'ਚ। ਪਰ ਮੈਂ ਜਿਹੜਾ ਬਚਨ ਕਹਿਣਾ ਚਾਹੁੰਦਾ ਉਹ ਇਹ ਹੈ, ਸ਼ਬਦਾਵਲੀ ਵਿੱਚ ਫਰਕ ਹੈ, ਸਮੇਂ ਦਾ ਫਰਕ ਹੈ, ਇਲਾਕੇ ਵੱਖੋ ਵੱਖਰੇ ਨੇ, ਜਗ੍ਹਾ ਵੱਖੋ ਵੱਖਰੀਆਂ ਨੇ, ਵੱਖਰੇ ਵੱਖਰੇ ਮਾਹੌਲ ਵਿੱਚ ਸਾਰੇ ਮਹਾਂਪੁਰਖ ਪਲੇ ਨੇ। ਇੱਥੋਂ ਤੱਕ ਕਿ ਮਜ਼ਹਬੀ ਤੌਰ 'ਤੇ ਵੀ ਵੱਖਰੇ ਵੱਖਰੇ ਮਜ਼ਹਬਾਂ 'ਚ ਪੈਦਾ ਹੋਏ, ਕਿਰਤ ਵੱਖੋ ਵੱਖਰੀ ਕੀਤੀ। ਪਰ ਗੁਰੂ ਨਾਨਕ ਮਹਾਰਾਜ ਨੂੰ ਲੱਗਿਆ ਵੀ ਬਾਬਾ ਰਵਿਦਾਸ ਸਾਹਿਬ ਅਤੇ ਬਾਬਾ ਸ਼ੇਖ ਫਰੀਦ ਸਾਹਿਬ 'ਚ ਕੋਈ ਫਰਕ ਨਹੀਂ ਹੈ। ਜੇ ਉਹਨਾਂ ਨੂੰ ਕਿਹਾ ਜਾਏ ਮਹਾਰਾਜ ਬੜਾ ਫਰਕ ਹੈ, ਉਹ ਕਦੋਂ ਹੋਏ, ਇਹ ਕਦੋਂ ਹੋਏ, ਉਹਨਾਂ ਦਾ ਮਜ਼ਹਬ ਹੋਰ, ਇਹਨਾਂ ਦਾ ਮਜ਼ਹਬ ਹੋਰ, ਉਹ ਕਿਸੇ ਬਰਾਦਰੀ 'ਚ ਪੈਦਾ ਹੋਏ, ਕਿਸੇ ਬਰਾਦਰੀ 'ਚ ਉਹਨਾਂ ਦੀ ਕਿਰਤ ਵੀ ਵੱਖਰੀ ਵੱਖਰੀ ਹੈ, ਉਹਨਾਂ ਦੀ ਭਾਸ਼ਾ ਨਹੀਂ ਰਲਦੀ। ਸਤਿਗੁਰੂ ਆਖਣਗੇ ਤੁਸੀਂ ਕੀ ਦੇਖ ਰਹੇ ਹੋ? ਮੈਂ ਇਹ ਚੀਜ਼ਾਂ ਨਹੀਂ ਨੋਟ ਕਰ ਰਿਹਾ, ਮੈਂ ਇਹ ਵੇਖ ਰਿਹਾ ਵੀ ਦੋਵਾਂ ਦੀ ਆਤਮਿਕ ਨੁਹਾਰ ਜਿਹੜੀ ਹੈ ਨਾ, ਬਾਬਾ ਫਰੀਦ ਸਾਹਿਬ ਦੀ ਅਤੇ ਬਾਬਾ ਕਬੀਰ ਸਾਹਿਬ ਦੀ ਆਤਮਿਕ ਨੁਹਾਰ ਵਿੱਚ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਇਸ ਕਥਨ 'ਤੇ ਜਾ ਕੇ ਸਾਨੂੰ ਇਹ ਗੱਲ ਸਮਝ ਆਉਂਦੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਅਸੀਂ ਸਰੀਰ ਦੀ ਚਰਚਾ ਕਰ ਰਹੇ ਹਾਂ, ਅਸੀਂ ਉਹਨਾਂ ਦੇ ਬਾਹਰੀ ਵੱਖ-ਵੱਖ ਹਾਲਾਤਾਂ ਦੀ ਚਰਚਾ, ਉਹਨਾਂ ਦੀ ਆਤਮਿਕ ਨੁਹਾਰ ਦੀ ਚਰਚਾ ਨਹੀਂ ਕਰ ਰਹੇ। ਅਤੇ ਗੁਰਮੁਖ ਦਾ ਤਸਵਰ ਜਿਹੜਾ ਹੈ, ਉਹਦੇ ਪਹਿਰਾਵੇ ਦਾ ਨਹੀਂ, ਗੁਰਮੁਖ ਦਾ ਤਸਵਰ ਜਿਹੜਾ ਬਾਣੀ ਵਿੱਚ, ਉਹ ਆਤਮਿਕ ਬਣਾਵਟ ਦਾ ਹੈ। ਇਸ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹੀ ਉਪਦੇਸ਼ ਜਿਹੜਾ ਹੈ, ਉਹ ਜੇ ਕਿਸੇ ਕਾਜ਼ੀ ਨਾਲ ਗੱਲ ਕਰ ਰਹੇ ਹੋਣਗੇ ਤੇ ਉਪਦੇਸ਼ ਉਹੀ ਦੇ ਰਹੇ ਹੋਣਗੇ, ਜੇ ਕਿਸੇ ਪੰਡਤ ਨਾਲ ਕਰ ਰਹੇ ਹੋਣਗੇ ਤੇ ਉਪਦੇਸ਼ ਉਹੀ ਦੇ ਰਹੇ ਹੋਣਗੇ। ਹਾਂ, ਲਫ਼ਜ਼ਾਂ ਦਾ ਫਰਕ ਪੈ ਸਕਦਾ, ਪੰਡਤ ਦੀ ਬੋਲੀ ਸਮਝਣ ਦੀ ਹੋਰ ਹੈ, ਕਾਜ਼ੀ ਦੀ ਬੋਲੀ ਸਮਝਣ ਦੀ ਹੋਰ ਹੈ। ਕਾਜ਼ੀ ਨੂੰ ਤਾਂ ਇਹਨਾਂ ਸ਼ਬਦਾਂ 'ਚ ਹੀ ਕਿਹਾ ਜਾਂਦਾ ਨਾ, 30 ਕਰ ਰੱਖੇ 5 ਕਰ ਸਾਥੀ, 9 ਸ਼ੈਤਾਨ ਮਤ ਕੱਟ ਜਾਈ, ਨਾਨਕ ਆਖੈ ਰਾਹ ਪੈ ਚੱਲਣਾ, ਮਾਲ ਧਨ ਕਿਤਕੂ ਸੰਜਿਆਈ। ਤੂੰ 30 ਰੋਜ਼ੇ ਰੱਖਦਾ ਰਮਜ਼ਾਨ ਦੇ ਮਹੀਨੇ 'ਚ, 5 ਨਮਾਜ਼ਾਂ ਪੜ੍ਹਦਾ, ਤਸਬੀਹ ਫੇਰਦਾ, ਉਹ ਮਾੜਾ ਦੀ ਭਾਸ਼ਾ ਸਮਝਦਾ, ਉਹ ਤਸਬੀਹ ਦੀ ਸਮਝਦਾ, ਉਹ ਵਰਤਾਂ ਦੀ ਭਾਸ਼ਾ ਸਮਝਦਾ, ਉਹ ਰੋਜ਼ਿਆਂ ਦੀ ਸਮਝਦਾ, ਉਹ ਕਿਸੇ ਦਿਸ਼ਾ ਵੱਲ ਸਿਰ ਨਿਵਾਉਂਦਾ ਹੈ, ਉਹ ਪੱਛਮ ਵੱਲ ਨਿਵਾਉਂਦਾ, ਉਹ ਦੱਖਣ ਵੱਲ ਨਿਵਾਉਂਦਾ। ਦੋਵਾਂ ਦੀ ਵਿਸ਼ਵਾਸ ਵਿੱਚ ਫਰਕ ਹੈ। ਉਹਨਾਂ ਨੂੰ ਉਹਨਾਂ ਦੀ ਉਦਾਹਰਨ ਨਾਲ ਹੀ ਕਹਿਣਾ ਪਏਗਾ ਨਾ। ਇਸ ਵਾਸਤੇ ਸਾਹਿਬ ਸਤਿਗੁਰੂ ਮਹਾਰਾਜ ਜਿਹੜਾ ਬਚਨ ਕਰ ਰਿਹਾ, ਸਭ ਤੋਂ ਪਵਿੱਤਰ ਜਜ਼ਬਾ ਜਿਹੜਾ ਹੈ ਨਾ ਹਜ਼ੂਰ ਨੇ ਬਾਣੀ ਜਿਸ ਨੂੰ ਸਭ ਤੋਂ ਵਡਿਆਇਆ, ਉਹ ਹੈ ਪ੍ਰਭੂ ਪ੍ਰੇਮ, ਰੱਬੀ ਪਿਆਰ। ਇਹ ਇੱਕ ਐਸਾ ਪਵਿੱਤਰ ਜਜ਼ਬਾ ਹੈ ਜਿਹੜਾ ਹੰਕਾਰ, ਸਵਾਰਥ, ਦਵੈਸ਼, ਹਰ ਇੱਕ ਚੀਜ਼ ਤੋਂ ਮੁਕਤ ਹੈ ਅਤੇ ਜੀਵ ਨੂੰ ਮੁਕਤ ਕਰ ਦਿੰਦਾ ਹੈ। ਫਿਰ ਇਹਦੀ ਵਿਆਖਿਆ ਵੀ ਸਤਿਗੁਰੂ ਨੇ ਥਾਂ ਪਰ ਥਾਂ ਇੰਨੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਕੀਤੀ ਹੈ। ਖੈਰ, ਆਪਾਂ ਇਸ ਪਾਸੇ ਨਾ ਤੁਰੀਏ, ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਪ੍ਰਭੂ ਪ੍ਰੀਤ ਦਾ ਤਕਾਜ਼ਾ ਇਹ ਹੈ ਕਿ ਇਸ ਦਾ ਪ੍ਰਗਟਾਓ ਕੀ ਹੈ।
ਇਸ ਪ੍ਰੀਤ ਨੂੰ ਵਧਾਇਆ ਕਿਵੇਂ, ਜੋੜਿਆ ਤੇ ਵਧਾਇਆ ਕਿਵੇਂ ਜਾ ਸਕਦਾ ਹੈ। ਵੈਸੇ ਤਾਂ ਬਾਬਾ ਰਵਿਦਾਸ ਸਾਹਿਬ ਨੇ ਬਾ ਕਮਾਲ ਬਚਨ ਕਿਹਾ, ਕਹਿੰਦੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿੰਦੇ ਪ੍ਰੇਮ ਤੋਂ ਬਿਨਾ ਭਗਤੀ ਦਾ ਕੋਈ ਅਰਥ ਨਹੀਂ, ਪ੍ਰੇਮ ਹੀ ਉਹਦੀ ਸਭ ਤੋਂ ਵੱਡੀ ਭਗਤੀ ਹੈ। ਪਰ ਉਹਨਾਂ ਪ੍ਰੇਮ ਦਾ ਬੇਸ ਦੱਸਿਆ ਵੀ ਜੇ ਪ੍ਰੇਮ ਦੀ ਅਵਸਥਾ ਤੁਸੀਂ ਅਪਣਾਉਣੀ ਚਾਹੋ ਤਾਂ ਉਹਦਾ ਪ੍ਰੋਸੈਸ ਕਿੱਥੋਂ ਸ਼ੁਰੂ ਕਰੋ, ਉਹਦਾ ਸਫ਼ਰ ਕਿੱਥੋਂ ਸ਼ੁਰੂ ਕਰੋ। ਸਾਧ ਸੰਗਤ। ਸਾਧ ਸੰਗਤ ਤੁਹਾਡੇ ਪ੍ਰੇਮ ਨੂੰ ਪੈਦਾ ਵੀ ਕਰਦੀ ਹੈ ਤੁਹਾਡੇ ਅੰਦਰ, ਤੇ ਉਸ ਪ੍ਰੇਮ ਨੂੰ ਵਧਾਉਂਦੀ ਵੀ ਹੈ ਤੇ ਬਰਕਰਾਰ ਮੇਨਟੇਨ ਵੀ ਰੱਖਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸ਼ਰਵਨ ਗੋਬਿੰਦ ਗੁਣ ਸੁਣ। ਸ਼ਰਵਨ ਦਾ ਮਤਲਬ ਹੈ ਕੰਨਾਂ ਨਾਲ ਗੋਬਿੰਦ ਦੇ ਗੁਣ, ਉਹਦੀਆਂ ਵਡਿਆਈਆਂ, ਸਿਫਤ ਸਲਾਹ ਨੂੰ ਸੁਣੋ। ਅਰ ਗਾਓ ਰਸਨਾ ਗੀਤ। ਰਸਨਾ ਤੋਂ ਭਾਵ ਰਸ ਲੈਣ ਵਾਲੀ ਜ਼ਬਾਨ, ਜੀਭ, ਆਪਣੀ ਰਸਨਾ ਦੇ ਨਾਲ ਉਹਦੇ ਗੀਤ ਵੀ, ਯਾਨੀ ਕਿ ਉਹਦੀ ਸਿਫਤ ਸਲਾਹ ਵੀ। ਤੁਹਾਨੂੰ ਫਿਰ ਉਹਦੀ ਗੱਲ ਕਹਿੰਦਿਆਂ ਵੀ ਚੰਗਾ ਫੀਲ ਹੁੰਦਾ ਹੈ ਤੇ ਸੁਣਦਿਆਂ ਵੀ ਚੰਗਾ ਫੀਲ ਹੁੰਦਾ, ਫਿਰ ਮਨ ਥੋੜ੍ਹੀ ਉਕਤਾਉਂਦਾ। ਉਹਦੀਆਂ ਬਾਤਾਂ ਕਹਿਣੀਆਂ ਤੇ ਸੁਣਨੀਆਂ ਜਿਸ ਵੇਲੇ ਚੰਗੀਆਂ ਲੱਗਣ ਲੱਗ ਜਾਣ, ਸਮਝੋ ਤੋਰ ਤੁਰ ਰਹੀ ਹੈ, ਸਫ਼ਰ ਹੋ ਰਿਹਾ ਹੈ, ਪ੍ਰੋਸੈਸ ਆਰੰਭ ਹੋ ਗਿਆ। ਤੇ ਜਦੋਂ ਮਨ ਉਕਤਾਉਂਦਾ ਵੀ ਫਾਲਤੂ ਗੱਲ ਹੈ, ਦਿਮਾਗ ਦੇ ਉੱਤੇ ਹੋਰ ਪ੍ਰੈਸ਼ਰ ਪੈਂਦੇ ਨੇ, ਬੰਦਾ ਹੋਰ ਪਾਸੇ ਨੂੰ ਦੌੜਦਾ ਹੈ, ਹੋਰ ਉਹਦੇ ਅੰਦਰ ਚਸਕੇ ਜਾਗਦੇ, ਮੈਂ ਨਿੰਦਾ ਸੁਣਾ, ਮੈਂ ਚੁਗਲੀ ਸੁਣਾ, ਮੈਂ ਆਪਣੇ ਕੰਨਾਂ ਨਾਲ ਐਸਾ ਬਚਨ ਸੁਣਾ, ਜਾਂ ਆਪਣੀ ਜ਼ਬਾਨ ਤੋਂ ਐਸੀਆਂ ਗੱਲਾਂ ਦੇ ਚਸਕੇ, ਉਹਨੂੰ ਫਿਰ ਉਹ ਜਿਹੜੀ ਚੀਜ਼ ਹੈ ਸਮਝੋ ਤੁਸੀਂ ਕੁਰਾਹ ਪੈ ਗਏ, ਉਹ ਪੱਲਾ ਛੁੱਟ ਗਿਆ। ਸਾਹਿਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਰ ਸਾਧ ਸੰਗਤ ਸਿਮਰ ਮਾਧੋ। ਮੈਂ ਬਾਬਾ ਰਵਿਦਾਸ ਸਾਹਿਬ ਦੀ ਉਦਾਹਰਣ ਦਿੱਤੀ ਸੀ, ਉਹ ਕਹਿੰਦੇ ਨੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਉਹੀ ਬਚਨ ਕਿਹਾ, ਕਹਿਣ ਲੱਗੇ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਿਤ ਪੁਨੀਤ। ਹੁਣ ਜੇ ਪ੍ਰਸ਼ਨ ਕੀਤਾ ਜਾਏ ਕਿ ਮਹਾਰਾਜ ਅਸੀਂ ਤਾਂ ਇਸ ਯੋਗ ਨਹੀਂ ਵੀ ਅਸੀਂ ਆਪਣੇ ਅੰਦਰ ਇਹ ਪ੍ਰੇਮ ਨੂੰ ਬਣਾ ਕੇ ਰੱਖ ਸਕੀਏ, ਅਜੇ ਤਾਂ ਸਾਡਾ ਜੀਵਨ ਬਹੁਤ ਨੀਵਾਂ ਹੈ। ਪਤਿਤ ਸ਼ਬਦ ਜਿਹੜਾ ਹੈ ਨਾ, ਉਹਦਾ ਮਤਲਬ ਹੈ ਡਿੱਗਿਆ ਹੋਇਆ। ਪਤਿਤ ਸ਼ਬਦ ਡਿੱਗਿਆ ਹੋਇਆ ਕਿਹੜੀ ਚੀਜ਼ ਤੋਂ? ਜਿਹੜਾ ਰੱਬੀ ਸੁਭਾਅ ਉਹਦੇ ਤੋਂ ਥੱਲੇ ਡਿੱਗ ਪੈਣਾ, ਅਸੂਲਾਂ ਤੋਂ ਥੱਲੇ ਡਿੱਗ ਪੈਣਾ, ਮਨੁੱਖੀ ਜੀਵਨ ਦੇ ਜਿਹੜੇ ਅਸੂਲ ਨੇ, ਪਵਿੱਤਰ ਜਜ਼ਬੇ ਨੇ, ਉਹਨਾਂ ਤੋਂ ਨੀਵਾਂ ਚਲੇ ਜਾਣਾ, ਉਹਨੂੰ ਕਿਹਾ ਗਿਆ ਪਤਿਤ। ਡਿੱਗਿਆ ਹੋਇਆ ਬੰਦਾ ਕਾਹਦੇ 'ਚ ਡਿੱਗਿਆ? ਵਿਸ਼ਿਆਂ ਵਿੱਚ, ਵਿਕਾਰਾਂ ਵਿੱਚ, ਬਦ ਅਮਲਾਂ ਵਿੱਚ, ਮੰਦੇ ਫੁਰਨਿਆਂ ਵਿੱਚ, ਉਹਨੂੰ ਡਿੱਗੇ ਹੋਏ ਬੰਦੇ ਨੂੰ ਪਤਿਤ ਆਖਿਆ ਜਾਂਦਾ ਹੈ। ਇਸ ਲਈ ਸਾਡੀ ਮਰਿਆਦਾ ਵਿੱਚ 4 ਚੀਜ਼ਾਂ ਦੱਸੀਆਂ ਉਹਨਾਂ ਨੇ। ਕੌਮੀ, ਇਹ ਸਾਡਾ ਕੌਮੀ ਤੇ ਜਥੇਬੰਦਕ ਸੰਕਲਪ ਹੈ ਕਿ ਜਿਹੜਾ 4 ਵੱਡੇ ਬੱਜਰ ਗੁਨਾਹ ਕਰਦਾ ਉਹ ਪਤਿਤ ਹੈ। ਉਹ ਸਾਡੀ ਕੌਮੀ ਭਾਸ਼ਾ ਦੇ ਵਿੱਚ ਇਹ ਸ਼ਬਦ ਆਇਆ ਵੀ ਉਹਨੂੰ ਅਸੀਂ ਸਮਝਾਂਗੇ ਵੀ ਕੌਮੀ ਤੌਰ 'ਤੇ, ਕੌਮੀ ਅਸੂਲਾਂ ਤੋਂ ਡਿੱਗਿਆ ਬੰਦਾ ਹੈ ਜਿਹੜਾ 4 ਬੱਜਰ ਗੁਨਾਹ ਕਰਦਾ। ਇਸ ਲਈ ਉਹ ਕਿਹਾ ਜਾਂਦਾ ਪਤਿਤ ਬੰਦਾ ਹੈ। ਔਰ ਇਹ ਖਾਸ ਤੌਰ 'ਤੇ ਪਤਿਤ ਸ਼ਬਦ ਉਹਦੇ ਲਈ ਵਰਤਿਆ ਜਾਂਦਾ, ਚੇਤੇ 'ਚ ਰੱਖਿਓ। ਅਸੀਂ ਕਈ ਵਾਰ ਵਿਆਖਿਆ ਤੋਂ ਵੀ ਗੁੰਮਰਾਹ ਹੋ ਜਾਂਦੇ ਹਾਂ। ਪਤਿਤ ਸ਼ਬਦ ਉਹਦੇ ਲਈ, ਮੰਨ ਲਓ ਜਿਸਨੇ ਖੰਡੇ ਕੀ ਪਾਉਲ ਲਹੀ ਹੈ, ਤੇ ਖੰਡੇ ਕੀ ਪਾਉਲ ਲੈਣ ਤੋਂ ਬਾਅਦ ਜਿਹੜਾ ਉਹ 4 ਬੱਜਰ ਗੁਨਾਹਾਂ ਦੇ ਵਿੱਚੋਂ ਇੱਕ ਵੀ ਕਰ ਲੈ, ਉਹਨੂੰ ਕਿਹਾ ਡਿੱਗਿਆ ਹੋਇਆ। ਦੂਜਾ ਤਾਂ ਜੇ ਪ੍ਰੋਸੈਸ 'ਚ ਹੀ ਨਹੀਂ ਪਿਆ, ਉਹਨੂੰ ਤੁਸੀਂ ਥੋੜ੍ਹਾ ਕਹਿ ਸਕਦੇ। ਅਸੀਂ ਮਰਿਆਦਾ ਨੂੰ ਥੋੜ੍ਹਾ ਗੌਰ ਨਾਲ ਪੜ੍ਹ ਕੇ ਵੇਖੀਏ, ਉਹਦੇ 'ਚ ਲਿਖਿਆ ਜਿਹੜਾ ਵੀ ਇਹਨਾਂ 4 ਬੱਜਰ ਗੁਨਾਹਾਂ ਤੋਂ ਇੱਕ ਵੀ ਕਰ ਲਵੇ, ਇੱਕ ਵੀ ਜਿਹੜਾ, ਉਹ ਪਤਿਤ ਹੈ। ਤੇ ਉਸ ਨੂੰ ਮੁੜ ਸੰਕਲਪ ਲੈਣਾ ਪਏਗਾ, ਤੌਬਾ ਕਰਕੇ ਫਿਰ ਆਪਣੇ ਆਪ ਨੂੰ ਫਿਰ ਖੰਡੇ ਕੀ ਪਾਉ ਉਸੇ ਪ੍ਰੋਸੈਸ 'ਚੋਂ ਫਿਰ ਗੁਜ਼ਰਨਾ ਪਏਗਾ। ਖੈਰ ਮੈਂ ਹੋਰ ਪਾਸੇ ਨਾ ਜਾਵਾਂ। ਪਤਿਤ ਦਾ ਭਾਵ ਹੈ ਡਿੱਗ ਪੈਣਾ, ਕਿਸੇ ਲੈਵਲ ਤੋਂ ਥੱਲੇ ਚਲੇ ਜਾਣਾ। ਤਾਂ ਖਾਲਸਾ ਹੋਣ ਦਾ, ਪਾਉਲ ਲੈਣ ਦਾ ਇੱਕ ਲੈਵਲ ਮਿਥਿਆ ਮਰਿਆਦਾ ਨੇ। ਜਿਹੜਾ ਉਸ ਲੈਵਲ ਤੋਂ ਥੱਲੇ ਚਲਿਆ ਗਿਆ ਉਹ ਪਤਿਤ ਹੈ। ਗੁਰੂ ਸਾਹਿਬ ਨੇ ਜਿਹੜਾ ਲੈਵਲ ਮਿਥਿਆ, ਜਿਹੜਾ ਫਿਲੋਸਫੀਕਲ ਹੈ, ਸਤਿਗੁਰੂ ਪਾਤਸ਼ਾਹ ਨੇ, ਉਹ ਤੇ ਸਾਡਾ ਜਥੇਬੰਦਕ ਕੌਮੀ ਅਸੂਲ। ਇਹ ਜਿਹੜਾ ਸਤਿਗੁਰੂ ਪਾਤਸ਼ਾਹ ਤੇ ਵਿਆਖਿਆ ਕਰ ਰਿਹਾ, ਇਹਦਾ ਆਧਾਰ ਬਹੁਤ ਵੱਡਾ ਹੈ। ਇਹਦਾ ਆਧਾਰ ਕੀ ਹੈ? ਇੱਥੇ ਸਤਿਗੁਰੂ ਮਹਾਰਾਜ ਨੇ ਇੱਕ ਲੈਵਲ ਮਿਥਿਆ ਹੈ ਮਨੁੱਖੀ ਜੀਵਨ ਦਾ, ਜਿਹੜਾ ਉਦੋਂ ਥੱਲੇ ਡਿੱਗ ਪਿਆ
ਬਦ ਅਮਲਾਂ ਵਿੱਚ ਗ੍ਰਸਤ ਹੋ ਗਿਆ, ਜਿਸ ਦੇ ਫੁਰਨੇ ਪਲੀਤ ਹੋ ਗਏ, ਉਹਨੂੰ ਸਤਿਗੁਰੂ ਕਹਿੰਦੇ ਡਿੱਗ ਪਿਆ। ਸਤਿਗੁਰੂ ਦੀ ਇਸ ਵਿਆਖਿਆ ਦੇ ਦਾਇਰੇ 'ਚ ਕੁੱਲ ਮਖਲੂਕ ਦੇ ਲੋਕ ਹੀ ਆ ਜਾਂਦੇ ਨੇ। ਇੱਥੇ ਕਿਸੇ ਖਾਸ ਕੈਟਾਗਰੀ ਦੀ ਗੱਲ ਨਹੀਂ ਹੈ। ਸਾਹਿਬ ਸਤਿਗੁਰੂ ਕਹਿੰਦੇ ਨੇ, ਜੇ ਤੂੰ ਪਤਿਤ ਤੋਂ ਪੁਨੀਤ ਭਾਵ ਪਵਿੱਤਰ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਕੀ ਕਰਨਾ ਪਏਗਾ? ਕਰ ਸਾਧ ਸੰਗਤ, ਗੁਰੂ ਦੀ ਸੋਹਬਤ, ਗੁਰੂ ਦੀ ਨੇੜਤਾ, ਗੁਰੂ ਨਾਲ ਰਿਲੇਸ਼ਨ ਕਾਇਮ ਕਰਨਾ ਪਏਗਾ, ਸਾਂਝ ਬਣਾਉਣੀ ਪਏਗੀ। ਤੇ ਗੁਰੂ ਦੀ ਸਾਂਝ ਵਿੱਚ ਤੈਨੂੰ ਕੀ ਸਿਖਾਇਆ ਜਾਏਗਾ? ਸਿਮਰ ਮਾਧੋ। ਪ੍ਰਕਿਰਤੀ ਨੂੰ ਸਿਰਜਣ ਵਾਲਾ ਸਿਰਜਣਹਾਰ ਪਰਮੇਸ਼ਰ ਮਾਧਵ ਜਿਹੜਾ ਹੈ, ਉਸ ਅਕਾਲ ਪੁਰਖ ਦਾ ਸਮਰਨ, ਉਹਦਾ ਚਿੰਤਨ, ਉਹਦੇ ਗੁਣਾਂ ਦਾ ਧਿਆਨ। ਹਜ਼ੂਰ ਅੱਗੇ ਆਖਦੇ ਨੇ, ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ। ਇਹ ਭਾਈ ਮੇਰਾ ਇੱਕ ਬਚਨ ਯਾਦ ਰੱਖ, ਕਾਲ ਦਾ ਮਤਲਬ ਹੈ ਮੌਤ, ਬਿਆਲ ਦਾ ਮਤਲਬ ਸੱਪ ਵੀ ਹੈ। ਜਿਵੇਂ ਆਪਾਂ ਕਹਿੰਦੇ ਨਾ ਅਜਗਰ ਤੈਨੂੰ ਨਿਗਲ ਜਾਏਗਾ, ਜਿਵੇਂ ਸਤਿਗੁਰੂ ਨੇ ਬਾਣੀ 'ਚ ਕਿਹਾ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਉੱਤੇ ਇਹਨੂੰ ਕਿਹਾ ਜਾਂਦਾ ਹੈ ਅਲੰਕਾਰਕ ਦ੍ਰਿਸ਼ਟਾਂਤ। ਦ੍ਰਿਸ਼ਟਾਂਤ ਦਾ ਮਤਲਬ ਹੁੰਦਾ ਇੱਕ ਬਿੰਬ ਸਿਰਜਣਾ ਕਿਸੇ ਚੀਜ਼ ਦਾ। ਸਾਹਿਬ ਸਤਿਗੁਰੂ ਮਹਾਰਾਜ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਏ। ਵਿਣ ਦੰਤਾਂ ਦਾ ਮਤਲਬ ਹੁੰਦਾ ਵੀ ਚਿੱਥਣਾ ਨਹੀਂ, ਟੁਕੜੇ ਕਰਕੇ ਨਹੀਂ ਖਾਣਾ, ਨਿਗਲ ਹੀ ਲੈਣਾ ਕਿਸੇ ਚੀਜ਼ ਨੂੰ। ਆਪਾਂ ਪੰਜਾਬੀ 'ਚ ਆਮ ਸ਼ਬਦ ਅਜਗਰ ਨੇ ਨਿਗਲ ਲਿਆ, ਸਰਾਲ ਨੇ ਨਿਗਲ, ਇਹ ਸ਼ਬਦ ਸਨ ਸਾਡੇ ਤੋਂ। ਇੱਕ ਇਹਦਾ ਅਰਥ ਕੋਸ਼ ਵਿੱਚ ਕੀਤਾ ਗਿਆ ਬਿਆਲ ਦਾ ਸੱਪ ਜਿਹੜਾ ਨਿਗਲ ਹੈ, ਤੇ ਦੂਜਾ ਕੀਤਾ ਗਿਆ ਦਰਿੰਦਾ, ਖੂਨ ਪੀਣ ਵਾਲਾ। ਉਹਦਾ ਵੀ ਭਾਵ ਇਹੀ ਹੈ, ਖਾ ਜਾਣ ਵਾਲਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹੜਾ ਕਾਲ ਹੈ, ਆਤਮਿਕ ਮੌਤ ਹੈ ਨਾ ਜਿਹੜੀ, ਤੇ ਸਮਝ ਵੀ ਦਰਿੰਦਿਆਂ ਵਾਂਗੂ, ਅਜਗਰ ਵਾਂਗੂ ਤੇਰੇ ਪਿੱਛੇ ਪਈਏ, ਤੈਨੂੰ ਨਿਗਲ ਜਾਏਗੀ। ਕਾਲ ਬਿਆਲ ਜਿਉ ਪਰਿਓ ਢੋਲੇ, ਤੈਨੂੰ ਭਾਲਦੀ ਫਿਰਦੀ ਹੈ। ਮੁਖ ਪਸਾਰੇ ਮੀਤ, ਹੇ ਮੇਰੇ ਮਿੱਤਰ, ਮੂੰਹ ਅੱਡ ਕੇ ਤੈਨੂੰ ਖਾ ਜਾਣਾ ਚਾਹੁੰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਆਜ ਕਾਲ ਫੁਨ ਤੋਹਿ ਗ੍ਰਸ ਹੈ, ਸਮਝ ਰਾਖੋ ਚੀਤ। ਚਿੱਤ ਵਿੱਚ ਇਹ ਗੱਲ ਨੂੰ ਵਸਾ ਲੈ, ਸਮਝ ਲੈ ਵੀ ਇਸ ਕਾਲ ਨੇ ਤੈਨੂੰ ਛੱਡਣਾ ਨਹੀਂ। ਅੱਜ ਜਾਂ ਕੱਲ੍ਹ ਤੈਨੂੰ ਨਿਗਲ ਜਾਏ। ਜੇ ਤੂੰ ਸਤ ਸੰਗਤ ਦੇ ਆਸਰੇ ਵਿੱਚ ਨਹੀਂ ਹੈ, ਜੇ ਤੂੰ ਸਿਮਰ ਮਾਧੋ ਵਾਲੇ ਰਸਤੇ 'ਤੇ ਨਹੀਂ ਹੈ, ਜੇ ਤੂੰ ਪਰਮੇਸ਼ਰ ਨਾਲ ਪ੍ਰੀਤ ਨਹੀਂ ਪਾਈ ਹੋਈ, ਇਸ ਜੀਵਨ ਤੋਂ ਤੂੰ ਵਾਂਝਾ ਹੈ, ਤਾਂ ਤੂੰ ਕਾਲ ਦੀ ਗ੍ਰਿਫਤ ਵਿੱਚ ਆਉਣ ਤੋਂ ਬਚ ਨਹੀਂ ਸਕਦਾ। ਇੱਥੇ ਸਤਿਗੁਰੂ ਵਿਆਖਿਆ ਆਤਮਿਕ ਮੌਤ ਦੀ ਕਰ ਰਿਹਾ, ਚੇਤੇ 'ਚ ਰੱਖਿਓ। ਹਰ ਸ਼ਬਦ ਦਾ ਇੱਕ ਆਪਣਾ ਤੱਤ ਭਾਵ ਹੁੰਦਾ ਹੈ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ। ਅਵਸਰ ਦਾ ਮਤਲਬ ਹੁੰਦਾ ਅਵਸਰ, ਸਮਾਂ। ਰਾਮ ਨੂੰ ਭਜ, ਪਰਮੇਸ਼ਰ ਨੂੰ ਜਾਪ। ਅਵਸਰ ਬੀਤ ਰਿਹਾ, ਵਕਤ ਲੰਘ ਰਿਹਾ, ਸਮਾਂ ਲੰਘ ਰਿਹਾ। ਜੇ ਤੂੰ ਸਮਾਂ ਲੰਘਾ ਲਿਆ, ਵਕਤ, ਇਸ ਨੂੰ ਸਤਿਗੁਰੂ ਨੇ ਕਿਹਾ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਇਸ ਨੂੰ ਹਜ਼ੂਰ ਨੇ ਇਵੇਂ ਵੀ ਐਕਸਪਲੇਨ ਕੀਤਾ ਹੈ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਵੀ ਇਹਨੂੰ ਹਜ਼ੂਰ ਇਵੇਂ ਕਹਿੰਦੇ ਨੇ ਵੀ ਇੱਕ ਲਿਮਟਿਡ ਸਮਾਂ ਹੈ ਤੇਰੇ ਕੋਲ, ਜਿਹੜਾ ਗੁਜ਼ਰ ਗਿਆ ਸਮਾਂ ਉਹ ਤੂੰ ਲਿਆ ਨਹੀਂ ਸਕਦਾ, ਆਉਣ ਵਾਲੇ ਦਾ ਤੂੰ ਦਾਅਵਾ ਕਰ ਨਹੀਂ ਸਕਦਾ। ਅੱਜ ਦੇ ਸਮੇਂ 'ਚ ਤੈਨੂੰ ਇਹ ਸਮਝਾਇਆ ਜਾ ਸਕਦਾ ਵੀ ਆਪਣੇ ਵਕਤ ਨੂੰ ਅਜਾਈ ਨਾ ਗਵਾ। ਤੇ ਹਜ਼ੂਰ ਨੇ ਬਾਣੀ ਦੇ ਵਿੱਚ ਇਹ ਵਾਕ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ, ਆਪ ਨਾ ਭਜਸ, ਭਜਸ ਕਬ ਪਾਈ ਆਵੇ ਅੰਤ, ਨਾ ਭਜਿਆ ਜਾਏ। ਸਾਹਿਬ ਸਤਿਗੁਰੂ ਕਿਰਪਾ ਕਰਨ, ਹਜ਼ੂਰ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।